ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਗੱਲ ਕਰ ਲੈਂਦੇ ਹਾਂ। ਸੁਮੇਧ ਸਿੰਘ ਸੈਣੀ ਜਿਸ ਨੂੰ ਹੁਣ ਤੋਂ ਕੁਝ ਦੇਰ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡੀ ਰਾਹਤ ਮਿਲੀ ਹੈ। ਜਿਸ ਢੰਗ ਦੇ ਨਾਲ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਈ ਮਾਮਲਿਆਂ ਨੂੰ ਲੈ ਕੇ ਇਨਵੈਸਟੀਗੇਸ਼ਨ ਜਾਰੀ ਸੀ ਔਰ ਵਿਜੀਲੈਂਸ ਦੀ ਤਰਫੋਂ ਸੁਮੇਧ ਸਿੰਘ ਸੈਣੀ ਨੂੰ ਇੱਕ ਮਾਮਲੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਉਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਲਗਾਤਾਰ ਹਾਈ ਕੋਰਟ ਦੀ ਤਰਫ ਰੁਖ ਕਰਦੇ ਨਜ਼ਰ ਆ ਰਹੇ ਸੀ ਔਰ ਅੱਜ ਇੱਕ ਵੱਡੀ ਰਾਹਤ ਮਿਲੀ ਹੈ। ਉਹਨਾਂ ਦੇ ਵਕੀਲ APS ਦਿਓਲ ਸਾਡੇ ਨਾਲ ਨੇ, ਗੱਲਬਾਤ ਕਰਨੇ। ਦਿਓਲ ਸਾਹਿਬ, ਕੀ ਵੱਡੀ ਰਾਹਤ ਹੈ, ਕਿਸ ਢੰਗ ਦੀ ਰਾਹਤ ਹੈ ਔਰ ਗਰਾਊਂਡ ਕੀ ਰਹੇ ਇਸ ਰਾਹਤ ਦੇ? ਇਸ ਤਰ੍ਹਾਂ ਜੀ, ਇਹ ਇਨ ਕੰਟੀਨਿਊਏਸ਼ਨ ਤੀਸਰਾ ਆਰਡਰ ਆ ਹਾਈ ਕੋਰਟ ਦਾ। ਇੱਕ ਪਹਿਲਾਂ ਸੁਪਰੀਮ ਕੋਰਟ ਦਾ ਆਰਡਰ, ਆਨਰੇਬਲ ਸੁਪਰੀਮ ਕੋਰਟ ਦਾ ਆਰਡਰ ਇਸ ਤਰ੍ਹਾਂ ਹੀ ਆਇਆ ਸੀ। ਇਹ ਸਾਰਿਆਂ 'ਚ ਕੰਸਿਸਟੈਂਟਲੀ ਇਹੀ ਹੋਲਡ ਕੀਤਾ ਗਿਆ ਕਿ ਪੋਲੀਟੀਕਲ ਵੈਂਡੇਟਾ, ਇਹ ਗਵਰਨਮੈਂਟ ਇਜ਼ ਐਕਟਿੰਗ ਔਨ ਪੋਲੀਟੀਕਲ ਮੈਲਾਫਾਈਡ ਐਂਡ ਵਿੰਡਿਕਟਿਵਨੈਸ, ਮਤਲਬ ਇੱਕ ਤਿੱਖਾਪਨਾ ਗਵਰਨਮੈਂਟ ਦੀ ਇੱਕ ਨਿਗਾਹ 'ਚ ਕਿ ਵੀ ਉਹ ਇਹਨਾਂ ਨੂੰ ਬਾਰ-ਬਾਰ ਟਾਰਗੇਟ ਕਰ ਰਹੇ ਆ। ਇਹੀ ਕੋਰਟ ਨੇ ਇਸ ਆਰਡਰ 'ਚ ਵੀ ਰੀਟਰੀਏਟ ਕੀਤਾ, ਜਿਹੜਾ ਕਿ ਪਹਿਲਾਂ ਹੇਬੀਅਸ ਕਾਰਪਸ ਦੀ ਰਿਟ ਜਦੋਂ ਇਹਨਾਂ ਨੂੰ ਰਿਹਾ ਕੀਤਾ ਗਿਆ, ਇਹਨਾਂ ਦੀ ਕਸਟਡੀ ਨੂੰ ਇਲੀਗਲ ਹੋਲਡ ਕੀਤਾ ਗਿਆ, ਉਹੀ ਲਾਈਨ ਤੇ ਜਜਮੈਂਟ ਉਸੇ ਨੂੰ ਹੀ ਇਹਨਾਂ ਨੇ ਦੁਬਾਰਾ ਹੋਲਡ ਕਰਦੇ ਹੋਏ ਕਿ ਪੋਲੀਟੀਕਲ ਵੈਂਡੇਟਾ। ਇਸ ਕਰਕੇ ਇਹਨਾਂ ਨੇ ਜਿਹੜੀ ਟਰਮ ਦੀ, ਇਹਨਾਂ ਦੀ ਅਰੈਸਟ ਦੀ ਜਿਹੜੀ ਟਰਮ ਆ, ਐਕਸਟੈਂਸ਼ਨ ਆ, ਉਹ ਵਧਾ ਕੇ ਫੈਬਰਰੀ 2022 ਤੱਕ ਕਰਤੀ, ਜਦੋਂ ਤੱਕ ਗਵਰਨਮੈਂਟ ਦੀ ਟਰਮ ਆ। ਸੋ ਦੇਅਰਫੋਰ ਇਟ ਕਲੀਅਰਲੀ ਰਿਫਲੈਕਟਸ ਕਿ ਗਵਰਨਮੈਂਟ ਇਜ਼ ਵਿੰਡਿਕਟਿਵ। ਜਿੰਨਾ ਚਿਰ ਇਹ ਗਵਰਨਮੈਂਟ ਰਹੇਗੀ ਉਹਨਾਂ ਚਿਰ ਇਹਨਾਂ ਨੂੰ ਪ੍ਰੋਟੈਕਸ਼ਨ ਰਹੇਗੀ। ਇਨ ਐਵਰੀ ਵਾਟਸੋਐਵਰ ਕੇਸ ਗਵਰਨਮੈਂਟ ਰਜਿਸਟਰਸ ਅਗੇਂਸਟ ਹਿਮ, ਦੇ ਕਾਂਟ ਅਰੈਸਟ ਹਿਮ। ਯਾਨੀ ਸਿੱਧੇ ਤੌਰ ਤੇ ਕਹੀਏ ਕਿ ਚੁਣਾਵੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿਉਂਕਿ ਸੈਣੀ ਦਾ ਨਾਂ ਸਾਬਕਾ ਸਰਕਾਰ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਪੋਲੀਟੀਕਲ ਏਜੰਡਾ ਗਵਰਨਮੈਂਟ ਦਾ ਬਣ ਚੁੱਕਿਆ ਸੀ। ਹਰ ਜਗ੍ਹਾ ਇਹੀ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਕਿ ਦੋ ਤਿੰਨ ਜਿਹੜੇ ਬੰਦੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਵੀ ਇਹ ਇੱਕ ਇਲੈਕਸ਼ਨ ਮੁੱਦਾ ਬਣ ਜੇ। ਕੋਟਕਪੂਰਾ ਫਾਇਰਿੰਗ ਕੇਸ 'ਚ ਇਹਨਾਂ ਨੂੰ ਪ੍ਰੋਜੈਕਟ ਕਰਕੇ ਉਹ ਸਾਰਾ ਨਕਾਰਾ ਹੋ ਗਿਆ। ਉਹ ਕੋਟਕਪੂਰਾ ਫਾਇਰਿੰਗ ਦੀ ਜਿਹੜੀ ਸਿਟ ਦੀ ਇਨਵੈਸਟੀਗੇਸ਼ਨ ਆ, ਉਹ ਵੀ ਸਟੇ ਕਰਤੀ ਕੁਆ ਸੁਮੇਧ ਸਿੰਘ ਸੈਣੀ। ਪ੍ਰੋਪਰ ਸਰ ਕੀ ਕਹਿੰਦੀ ਹੈ ਜਜਮੈਂਟ? ਪ੍ਰੋਪਰ ਜਜਮੈਂਟ ਦੇ ਲਫ਼ਜ਼ ਕੀ ਨੇ? ਮੈਂ ਲਫ਼ਜ਼ ਜਾਣਨਾ ਚਾਹਨਾ। ਇਹ ਵਰਡ ਟੂ ਵਰਡ ਹੀ ਦੱਸ ਰਿਹਾ ਮੈਂ, ਜੋ ਆਨਰੇਬਲ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਇਹੀ ਡਾਇਰੈਕਸ਼ਨਸ ਆ ਕਿ ਐਨੀ ਫਰਦਰ ਇਨਵੈਸਟੀਗੇਸ਼ਨ ਇਨ ਐਨੀ ਪੈਂਡਿੰਗ ਕੇਸ ਵਿਲ ਬੀ ਸਟੇਡ, ਰਿਮੇਨ ਸਟੇਡ। Any arrest, if is to be made in any case, he will not be arrested, will remain stayed. Any appointment of commission by this government 2022 ਤੱਕ ਦੁਬਾਰਾ ਕੋਈ ਕਮਿਸ਼ਨ ਦੀ ਰਿਪੋਰਟ will remain stayed. These are the all directions. These are word to word which is written in, ਜੋ ਮਾਨਯੋਗ ਜੱਜ ਸਾਹਿਬ ਨੇ ਆਪਣੇ ਆਰਡਰ 'ਚ ਰਿਕਾਰਡ ਕੀਤਾ, ਇਹ ਉਹੀ ਬੋਲ ਰਿਹਾ ਮੈਂ। ਯਾਨੀ ਇੱਕ ਵੱਡਾ ਆਰਡਰ ਦੀ ਕਾਪੀ ਵੀ ਤੁਹਾਡੇ ਕੋਲ ਹੀ ਦਾ ਆਰਡਰ ਆ, 45 ਪੇਜ ਆਰਡਰ, ਜਿਹਦੇ 'ਚ ਕਨਕਲੂਜਨਿੰਗ ਪਾਰਟ 4 ਡਾਇਰੈਕਸ਼ਨਸ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਦਿੱਤੀਆਂ ਗਈਆਂ। ਸਰ ਕਿਸ ਤਰ੍ਹਾਂ ਦੇਖਦੇ ਹੋ ਉਸ ਆਰਡਰ ਨੂੰ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਚੁਣੌਤੀ ਦਿੱਤੀ ਜਾ ਸਕਦੀ ਹੈ? ਉਹਦੀ ਵਿਕਟਰੀ ਆ। ਉਹਨਾਂ ਨੇ ਕੋਰਟ ਵੀ ਕੀਤੀ ਹੈ, ਸੁਪਰੀਮ ਕੋਰਟ ਜਜਮੈਂਟ ਅਰਨਬ ਗੋਸਵਾਮੀ, ਕਿ ਜਦੋਂ ਰੂਲ ਆਫ ਲਾਅ ਵਾਇਲੇਟ ਹੋਣ ਲੱਗ ਜੇ, ਸਬਜੈਕਟਿਵ ਟਾਰਗੇਟਿੰਗ ਹੋਣ ਲੱਗ ਜੇ, ਫਿਰ ਕੋਰਟ ਵਿਲ ਨਾਟ ਹੈਸੀਟੇਟ ਟੂ ਗੋ ਟੂ ਐਨੀ ਐਕਸਟੈਂਟ ਇਨ ਗ੍ਰਾਂਟਿੰਗ ਦ ਰਿਲੀਫ। This is what has happened in this case. It has now 3 ਸਾਲ 'ਚ ਇਹ ਬਿਲਡ ਹੋ ਗਿਆ ਸੀ ਕੇਸ ਕਿ ਇਹ ਸਬਜੈਕਟਿਵ ਕੇਸ ਆ, 5ਵਾਂ ਕੇਸ ਇਸ ਤਰ੍ਹਾਂ ਦਾ ਔਨ ਟੋਟਲੀ without any foundation. ਇਹ ਮੇਰਾ ਖਿਆਲ this is a flaw at the level of Advocate General and his office, that they could not perceive properly the way they are targeting him, and also the legal team which they had hired. I think they also could not perceive, and they were not either briefed properly, because ਸਾਰੇ Advocate General ਸਾਹਿਬ ਦਿੱਲੀੋਂ ਹੀ ਵਕੀਲ ਆ ਰਹੇ ਸੀਗੇ, ਆਪ ਉਹ ਕਿਸੇ ਕੇਸ 'ਚ ਨਹੀਂ ਪੇਸ਼ ਹੁੰਦੇ। ਸਰ ਕੋਟਕਪੂਰਾ ਗੋਲੀकांड ਦਾ ਵੀ ਤੁਸੀਂ ਜ਼ਿਕਰ ਕੀਤਾ ਕਿ ਉਸ ਦੀ ਜਿਹੜੀ ਰਿਪੋਰਟ ਹੈ, ਪੂਰਾ ਜਿਹੜੀ ਫਰਦਰ ਇਨਵੈਸਟੀਗੇਸ਼ਨ ਆ, ਉਹ ਕੋਕਵਾ ਸੁਮੇਧ ਸਿੰਘ ਸੈਣੀ ਉਹ ਵੀ ਸਟੇ ਹੋ ਗਈ, ਕਿਉਂਕਿ ਉਹਦੇ 'ਚ ਵੀ ਬਾਰ-ਬਾਰ ਇਹਨਾਂ ਨੂੰ ਬੁਲਾਇਆ ਜਾ ਰਿਹਾ ਸੀ, ਇਨ ਸਪਾਈਟ ਆਫ ਦਾ ਫੈਕਟ ਕਿ ਉਹ ਇੱਕ ਵਾਰੀ ਪਹਿਲਾਂ ਇਨਵੈਸਟੀਗੇਸ਼ਨ ਕੁਐਸ਼ ਹੋ ਚੁੱਕੀ ਆ। ਜਸਟਿਸ ਰਾਜਵੀਰ ਸਰਾਵਤ ਸਾਹਿਬ ਜੀ ਨੇ ਇਹਨੂੰ FIR ਨੰਬਰ 129 ਤੇ 192 ਨੂੰ ਕੁਐਸ਼ ਕਰਤਾ ਇਨਵੈਸਟੀਗੇਸ਼ਨ ਨੂੰ। ਉਹ ਨਵੀਂ ਸਿਟ ਵੀ ਉਸੇ ਲਾਈਨ ਤੇ ਚੱਲ ਰਹੀ ਸੀ, ਹਾਲਾਂਕਿ ਉਹਨਾਂ ਨੂੰ ਆਦੇਸ਼ ਸੀ ਕਿ ਇੰਡੀਪੈਂਡੈਂਟਲੀ ਇਨਵੈਸਟੀਗੇਟ ਕਰੋ, ਸੱਚ ਨੂੰ ਸੱਚ ਰੱਖੋ, ਜੇ ਦੋਨੋਂ ਪਾਸੇ ਦਾ ਪੱਖ ਨੂੰ ਦੇਖ ਕੇ ਫਿਰ ਇਨਵੈਸਟੀਗੇਟ ਕਰੋ। ਤਾਂ ਉਹ ਵੀ ਕੋਰਟ ਹੈਜ਼ ਆਲਸੋ ਕਮੈਂਟਡ ਬਾਈ ਸੇਇੰਗ that will also remain state. ਯਾਨੀ ਇਸ SIT ਨੇ ਵੀ ਕੁੰਵਰ ਵਿਜੇ ਪ੍ਰਤਾਪ ਦੀ SIT ਤੋਂ ਸਬਕ ਨਹੀਂ ਲਿੱਤਾ ਕਿ ਕਿਸ ਢੰਗ ਦੇ ਨਾਲ ਉਹਨਾਂ ਦੀ ਜਿਹੜੀ
ਰਿਪੋਰਟ ਸੀ ਉਹ ਕੋਰਟ ਨੇ ਕੁਐਸ਼ ਕੀਤੀ ਸੀ ਔਰ ਵੱਡੀ ਟਿੱਪਣੀਆਂ ਕੀਤੀਆਂ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਹੁਣ ਐਵਰੀਬਡੀ ਵਿਲ, ਸਾਰਾ ਬੱਚਾ ਹੁਣ ਸਾਰਿਆਂ ਨੂੰ ਪੰਜਾਬ 'ਚ ਪਤਾ ਚੱਲ ਜਾਏਗਾ ਜੀ ਇਹਦੇ ਨਾਲ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀ ਪੋਲੀਟੀਕਲੀ ਮੋਟੀਵੇਟਡ ਇਨਵੈਸਟੀਗੇਸ਼ਨ ਕੀਤੀ। ਹੁਣ ਉਹ ਆਈਜੀ ਦੀ ਆਪਣੀ ਨੌਕਰੀ ਛੱਡ ਕੇ ਅਸੈਂਬਲੀ ਦੇ ਫੁੱਟਸਟੈਪ ਤੇ ਬੈਠਾ ਕਿ ਮੈਂ ਹੋਮ ਮਿਨਿਸਟਰ ਬਣੂੰਗਾ। ਮਤਲਬ ਜੇ ਤੁਸੀਂ ਪੋਲੀਟੀਕਲ ਐਂਬੀਸ਼ਨ ਅੱਗੇ ਲੈ ਆਓ ਆਪਣੀ ਡਿਊਟੀ ਤੋਂ ਉੱਪਰ ਜਾ ਕੇ ਜੋ ਪੋਲੀਟੀਕਲ ਮਾਈਲੇਜ ਲੈਣ ਵਾਸਤੇ, ਫਿਰ ਉਹ ਇਨਵੈਸਟੀਗੇਸ਼ਨ 'ਚ ਕਾਹਦਾ ਇਨਸਾਫ ਹੋਇਆ? ਇਹ ਇਨਸਾਫ ਦੀ ਇੱਕ ਹੱਤਿਆ ਹੋਈ ਸੀ, ਉਹਨੂੰ ਕੋਰਟ ਨੇ ਰੈਕਗਨਾਈਜ਼ ਕੀਤਾ, ਇਸ ਕਰਕੇ ਆਰਡਰ ਆਏ ਆ। ਬਿਲਕੁਲ, ਦੇਖੋ ਧੰਨਵਾਦ ਸਰ ਸਾਡੇ ਨਾਲ ਗੱਲਬਾਤ ਕਰਨ ਲਈ। ਇੱਕ ਵੱਡੀ ਜਜਮੈਂਟ ਜਿਹੜੀ ਅੱਜ ਆਉਂਦੀ ਹੋਈ ਨਜ਼ਰ ਆਈ ਹੈ, ਜਿਸ ਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਮਿਲੀ ਹੈ। ਨਾ ਕੇਵਲ ਉਹਨਾਂ ਦੇ ਖਿਲਾਫ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਤੇ ਰੋਕ ਲਾਈ ਗਈ ਹੈ, ਬਲਕਿ ਉਹਨਾਂ ਦੀ ਜਿਹੜੀ ਅਰੈਸਟ ਹੈ ਉਸ ਤੇ ਵੀ ਰੋਕ ਲਾ ਦਿੱਤੀ ਗਈ ਹੈ। 2022 ਤੱਕ ਇਹ ਰੋਕ ਜਿਹੜੀ ਹੈ ਜਾਰੀ ਰਹੇਗੀ। ਵੇਖਣ ਵਾਲੀ ਗੱਲ ਰਹੇਗੀ ਕਿ ਇਸ ਜਜਮੈਂਟ ਤੋਂ ਬਾਅਦ ਪੰਜਾਬ ਦੇ ਜਿਹੜੇ ਸਿਆਸੀ ਗਲਿਆਰੇ ਹੈ ਉਸ ਦੇ ਵਿੱਚ ਕਿਸ ਢੰਗ ਦਾ ਭੁਚਾਲ ਵੇਖਣ ਨੂੰ ਮਿਲਦਾ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।